ਤੇ ਚਰਨਜੀਤ ਸਿੰਘ ਚੰਨੀ ਨੂੰ ਵਿਜੀਲੈਂਸ ਵੱਲੋਂ ਸੱਦਿਆ ਗਿਆ ਸੀ। ਕੁਝ ਦੇਰ ਪਹਿਲਾਂ ਚੰਨੀ ਵਿਜੀਲੈਂਸ ਦਫ਼ਤਰ ਚੋਂ ਚਲੇ ਗਏ ਨੇ। ਕਰੀਬ 7 ਘੰਟੇ ਪੁੱਛਗਿੱਛ ਹੋਈ ਹੈ, ਪਰ ਗੱਲ ਇਸ ਵੇਲੇ ਸਭ ਤੋਂ ਵੱਡੀ ਇਹ ਹੈ ਕਿ ਕੀ ਸਵਾਲ ਚੰਨੀ ਤੋਂ ਪੁੱਛੇ ਗਏ ਨੇ। ਨਿਊਜ਼ 18 ਕੋਲ ਸੋਰਸਿਸ ਦੇ ਹਵਾਲੇ ਨਾਲ ਇਹ ਖਬਰਾਂ ਨੇ ਕਿ ਕਾਫੀ ਤਿੱਖੇ ਸਵਾਲ ਚਰਨਜੀਤ ਚੰਨੀ ਨੂੰ ਪੁੱਛੇ ਗਏ ਨੇ। ਗੈਰ ਕਾਨੂੰਨੀ ਕਲੋਨੀਆਂ ਦੇ ਵਿੱਚ ਹਿੱਸੇਦਾਰੀ ਤੇ ਸਵਾਲ ਪੁੱਛੇ ਗਏ ਨੇ। ਮਾਈਨਿੰਗ ਦੇ ਵਿੱਚ ਹਿੱਸੇਦਾਰੀ ਤੇ ਸਵਾਲ ਪੁੱਛੇ ਗਏ ਨੇ। ਪ੍ਰਵੀਨ ਬਿਲਡਰ ਜਿਸ ਨੂੰ ਵਿਜੀਲੈਂਸ ਨੇ ਸ਼ਿਕੰਜੇ 'ਚ ਲਿਆ ਸੀ, ਉਸ ਨਾਲ ਹਿੱਸੇਦਾਰੀ ਤੇ ਸਵਾਲ ਪੁੱਛੇ ਗਏ ਨੇ। ਅਮਰੀਕਾ ਤੇ ਕੈਨੇਡਾ ਵਿੱਚ ਕੀਤੇ ਨਿਵੇਸ਼ ਨੂੰ ਲੈ ਕੇ ਸਵਾਲ ਪੁੱਛੇ ਗਏ ਨੇ। ਅਮਰੀਕਾ 'ਚ 8 ਮਹੀਨੇ ਰਹਿਣ ਦੇ ਖਰਚੇ ਬਾਰੇ ਸਵਾਲ ਪੁੱਛੇ ਗਏ ਨੇ। ਇੱਕ ਇੱਕ ਕਰਕੇ ਅਸੀਂ ਤੁਹਾਨੂੰ ਦੱਸਦੇ ਹਾਂ ਜੋ ਸਾਡੇ ਕੋਲ ਸੋਰਸਿਸ ਤੋਂ ਖਬਰਾਂ ਨੇ ਕਿ ਕੀ ਸਵਾਲ ਵਿਜੀਲੈਂਸ ਨੇ ਪੁੱਛੇ ਨੇ। ਅਮਰੀਕਾ 'ਚ ਜੋ ਚਰਨਜੀਤ ਚੰਨੀ ਨੇ ਕਿਹਾ ਸੀ ਕਿ ਮੈਂ ਇਲਾਜ ਕਰਵਾਉਣ ਗਿਆ ਸੀ, ਉਸ ਇਲਾਜ ਦੇ ਬਿੱਲ ਪੁੱਛੇ ਗਏ ਨੇ। ਵਿਦੇਸ਼ ਦੇ ਵਿੱਚ ਉਹ ਕਿੱਥੇ ਰੁਕੇ, ਕਿੰਨੀ ਦੇਰ ਰੁਕੇ ਸੀ, ਉਸ ਦਾ ਕਿੰਨਾ ਖਰਚਾ ਹੋਇਆ, ਇਸ ਬਾਰੇ ਸਵਾਲ ਪੁੱਛੇ ਗਏ ਨੇ। ਬੇਟੇ ਦੇ ਵਿਆਹ ਤੇ ਕੀਤੇ ਖਰਚ ਤੇ ਸਵਾਲ ਨੇ। ਦਾਸਤਾਨੇ ਸ਼ਹਾਦਤ ਤੇ ਜੋ ਖਰਚਾ ਹੋਇਆ ਸੀ ਸਮਾਗਮ ਤੇ, ਉਸ ਦਾ ਹਿਸਾਬ ਮੰਗਿਆ ਗਿਆ ਹੈ। ਜਿੰਦਾਪੁਰ ਇਲਾਕੇ ਚੋਰੀ ਗੈਰ ਕਾਨੂੰਨੀ ਮਾਈਨਿੰਗ ਤੇ ਸਵਾਲ ਪੁੱਛੇ ਗਏ ਨੇ। ਔਰ ਚੰਨੀ ਦੇ ਭਤੀਜੇ ਹਨੀ ਵੱਲੋਂ, ਚੰਨੀ ਦੇ ਭਾਣਜੇ ਹਨੀ ਵੱਲੋਂ ਕਰਵਾਈਆਂ ਗਈਆਂ ਬਦਲੀਆਂ ਬਾਰੇ ਸਵਾਲ ਪੁੱਛੇ ਗਏ ਨੇ। ਈਡੀ ਵੱਲੋਂ ਹਨੀ ਤੋਂ ਕੀਤੀ ਗਈ ਰਿਕਵਰੀ ਬਾਰੇ ਸਵਾਲ ਪੁੱਛੇ ਗਏ ਨੇ। ਸੋ ਇੱਕ ਇੱਕ ਕਰਕੇ ਅਸੀਂ ਤੁਹਾਨੂੰ ਦੱਸਦੇ ਹਾਂ ਜੋ ਸੋਰਸਿਸ ਤੋਂ ਸਾਡੇ ਕੋਲੇ ਖਬਰਾਂ ਨੇ ਕਿ ਉਹਨਾਂ ਨੇ ਪੁੱਛਿਆ ਹੈ ਵਿਜੀਲੈਂਸ ਨੇ ਕਿ ਇਲੀਗਲ ਕਲੋਨੀਆਂ ਦੇ ਵਿੱਚ ਇਲੀਗਲ ਕਲੋਨੀਆਂ ਵਸਾਉਣ ਦੇ ਲਈ ਕੀ ਪਾਰਟਨਰਸ਼ਿਪ ਜਿਹੜੀ ਹੈ ਉਹ ਚੰਨੀ ਦੀ ਰਹੀ ਹੈ। ਪ੍ਰਵੀਨ ਬਿਲਡਰ ਦੇ ਨਾਲ ਪਾਰਟਨਰਸ਼ਿਪ ਦਾ ਜ਼ਿਕਰ ਹੋਇਆ ਕਿ ਜਿਹੜਾ ਪ੍ਰਵੀਨ ਬਿਲਡਰ ਸੀ ਜਿਨ੍ਹਾਂ ਨੇ ਇਲੀਗਲ ਕਲੋਨੀਆਂ ਬਣਾਈਆਂ, ਉਹਨਾਂ ਦੇ ਨਾਲ ਚੰਨੀ ਦੇ ਕੀ ਸਬੰਧ ਸੀ। ਕੈਨੇਡਾ ਤੇ ਅਮਰੀਕਾ ਦੇ ਵਿੱਚ ਕੀ ਇਨਵੈਸਟਮੈਂਟ ਕੀਤੀ ਗਈ ਹੈ, ਇਹ ਸਵਾਲ ਨੇ। ਰਿਸ਼ਤੇਦਾਰਾਂ ਤੇ ਹੋਰ ਦੋਸਤਾਂ ਤੋਂ ਜਿਹੜੇ ਕੈਨੇਡਾ ਅਮਰੀਕਾ 'ਚ ਰਹਿੰਦੇ ਸੀ, ਉਹਨਾਂ ਦੀਆਂ ਜਿਹੜੀਆਂ ਸੰਪਤੀਆਂ ਨੇ ਕਿ ਉਹਨਾਂ ਦੇ ਵਿੱਚ ਕੋਈ ਹਿੱਸੇਦਾਰੀ ਹੈ, ਇਸ ਨੂੰ ਲੈ ਕੇ ਸਵਾਲ ਨੇ। ਹੋਰ ਜਿਹੜੀ ਚੰਨੀ ਵੱਲੋਂ ਪ੍ਰਾਪਰਟੀ ਖਰੀਦੀ ਗਈ, 8-9 ਮਹੀਨੇ ਜਿਹੜਾ ਉਹ ਵਿਦੇਸ਼ 'ਚ ਰਹੇ ਨੇ, ਕਿੱਥੇ ਰਹੇ, ਕਿੱਥੇ ਸਟੇ ਕੀਤਾ ਔਰ ਉਸ ਦਾ ਖਰਚਾ ਕੀ ਹੋਇਆ, ਇਹ ਸਵਾਲ ਪੁੱਛੇ ਗਏ ਨੇ। ਚੰਨੀ ਦੀ ਵਿਦੇਸ਼ ਫੇਰੀ ਨੂੰ ਸਪਾਂਸਰ ਕਿਸ ਨੇ ਕੀਤਾ ਔਰ ਕਿੰਨਾ ਖਰਚਾ ਹੋਇਆ ਜਦੋਂ ਕੈਨੇਡਾ ਗਏ ਤੇ ਫਿਰ ਅਮਰੀਕਾ ਗਏ, ਇਸ ਤੇ ਇਹ ਪੁੱਛੇ ਗਿਆ ਹੈ। ਫਿਰ ਇਹ ਵੀ ਉਹਨਾਂ ਵੱਲੋਂ ਪੁੱਛਿਆ ਗਿਆ ਵਿਜੀਲੈਂਸ ਵੱਲੋਂ ਕਿ ਜੇ ਉਹਨਾਂ ਨੇ ਕੋਈ ਮੈਡੀਕਲ ਐਡਵਾਈਸ ਜਾਂ ਮੈਡੀਕਲ ਟ੍ਰੀਟਮੈਂਟ ਲਈ ਹੈ ਤਾਂ ਉਸ ਦੀ ਪ੍ਰਿਸਕ੍ਰਿਪਸ਼ਨ ਕਿੱਥੇ ਹੈ, ਉਸਦੇ ਦਵਾਈਆਂ ਦੇ ਬਿੱਲ, ਉਹ ਜਿਹੜੀ ਡਾਇਗਨੋਸ ਕੀਤਾ ਗਿਆ ਉਸ ਦੀਆਂ ਰਿਪੋਰਟਾਂ ਕਿੱਥੇ ਨੇ, ਕਿੰਨਾ ਖਰਚਾ ਉਸ ਇਲਾਜ ਤੇ ਹੋਇਆ, ਇਹ ਵੀ ਸਵਾਲ ਸੀ। ਇਕਬਾਲ ਸਰਪੰਚ ਨਾਲ ਕਨੈਕਸ਼ਨ ਕੀ ਨੇ, ਇਹ ਪੁੱਛਿਆ ਗਿਆ ਹੈ। ਇਲੀਗਲ ਮਾਈਨਿੰਗ ਜਿਹੜੀ ਜਿੰਦਾਪੁਰ ਏਰੀਆ ਦੇ ਵਿੱਚ ਹੋਈ, ਉਸ ਤੋਂ ਕਿੰਨੀ ਇਨਕਮ ਜਨਰੇਟ ਹੋਈ, ਇਹ ਪੁੱਛਿਆ ਗਿਆ ਹੈ। ਉਸ 'ਚ ਚੰਨੀ ਦਾ ਕੀ ਰੋਲ ਸੀ, ਇਹ ਪੁੱਛਿਆ ਗਿਆ ਹੈ। ਟ੍ਰਾਂਸਫਰ ਤੇ ਪੋਸਟਿੰਗ, ਬਦਲੀਆਂ ਤੇ ਤਬਾਦਲੇ ਜਿਹੜੇ ਸੀ ਔਰ ਨਿਯੁਕਤੀਆਂ, ਉਹਨਾਂ ਦੇ ਵਿੱਚ ਜਿਹੜੇ ਭਾਣਜੇ ਹਨੀ ਨੇ, ਹਨੀ ਦਾ ਰੋਲ ਸੀ ਜੋ ਈਡੀ ਵੱਲੋਂ ਰਿਕਵਰੀ ਕੀਤੀ ਗਈ ਸੀ, ਉਸ ਦੇ ਵਿੱਚ ਚੰਨੀ ਦਾ ਕੀ ਰੋਲ ਸੀ, ਇਹ ਪੁੱਛਿਆ ਗਿਆ ਹੈ। ਹੋਰ ਹਨੀ ਦੀਆਂ ਜਿਹੜੀਆਂ ਗਤੀਵਿਧੀਆਂ ਸੀ ਕਿ ਹਨੀ ਕਿਵੇਂ ਉਹਨਾਂ ਦੇ ਆਫਿਸ ਦੇ ਵਿੱਚ ਮੀਟਿੰਗਾਂ ਦਾ ਹਿੱਸਾ ਬਣਦਾ ਸੀ, ਇਹ ਪੁੱਛਿਆ ਗਿਆ ਹੈ। ਇਸ ਤੋਂ ਇਲਾਵਾ ਗੋਆ ਦੇ ਵਿੱਚ ਸਰਕਾਰ ਦੀ ਇੱਕ ਪ੍ਰਾਈਮ ਪ੍ਰਾਪਰਟੀ ਸੀ, ਉਸ ਨੂੰ ਲੀਜ਼ ਤੇ ਦੇਣ ਬਾਰੇ ਵੀ ਇੱਕ ਸਵਾਲ ਸੀ। ਪ੍ਰਾਪਰਟੀਆਂ ਦੀ ਲਿਸਟ ਸੀ। ਹੋਰ ਕਈ ਜਿਹੜੇ ਫੈਸਲੇ ਸੀ ਸੀਐਮ ਦੇ, ਉਹਨਾਂ ਵੱਲੋਂ ਸੀਐਮ ਅਹੁਦੇ ਤੇ ਰਹਿੰਦੇ ਹੋਏ ਲਏ ਗਏ, ਇਸ ਬਾਰੇ ਸਵਾਲ ਪੁੱਛੇ ਗਏ। ਖਰਚਾ ਜਿਹੜਾ ਸੀ ਉਹਨਾਂ ਦੇ ਬੇਟੇ ਦੇ ਵਿਆਹ ਤੇ ਹੋਇਆ, ਉਸ ਦਾ, ਔਰ ਦਾਸਤਾਨੇ ਸ਼ਹਾਦਤ ਜਿਹੜਾ ਫੰਕਸ਼ਨ ਕਰਵਾਇਆ ਗਿਆ ਸੀ, ਉਸ ਦਾ, ਇਸ ਬਾਰੇ ਪੁੱਛਿਆ ਗਿਆ। ਹੋਰ ਗ੍ਰਾਂਟਾਂ ਜਿਹੜੀਆਂ ਉਹਨਾਂ ਦੀ ਕੌਂਸਟੀਚੁਐਂਸੀ ਨੂੰ ਦਿੱਤੀਆਂ ਗਈਆਂ, ਚਮਕੌਰ ਸਾਹਿਬ, ਔਰ ਉਸ ਦੇ ਵਿੱਚ ਫੰਡਾਂ ਦਾ ਮਿਸਯੂਜ਼ ਹੋਇਆ, ਇਸ ਬਾਰੇ ਸਵਾਲ ਪੁੱਛੇ ਗਏ। ਇਹ ਸੂਤਰਾਂ ਤੋਂ ਸਾਡੇ ਕੋਲ ਖਬਰਾਂ ਨੇ। ਵਿਨੇਸ਼ ਕਟਾਰੀਆ ਮੇਰੇ ਸਹਿਯੋਗੀ ਜੁੜੇ ਨੇ। ਕਾਫੀ ਚੀਜ਼ਾਂ ਨੇ ਵਿਨੇਸ਼ ਇਸ ਦੇ ਵਿੱਚ, ਚਾਹੇ ਮਾਮਲਾ ਇਲੀਗਲ ਕਲੋਨੀਆਂ ਦਾ ਹੋਵੇ, ਚਾਹੇ ਮਾਮਲਾ ਇਲੀਗਲ ਮਾਈਨਿੰਗ ਦਾ ਹੋਵੇ, ਚਾਹੇ ਮਾਮਲਾ ਬਦਲੀਆਂ ਤੇ ਨਿਯੁਕਤੀਆਂ ਦਾ ਹੋਵੇ, ਚਾਹੇ ਮਾਮਲਾ ਵਿਦੇਸ਼ ਫੇਰੀ ਦਾ ਹੋਵੇ, ਹਰ ਕਿਸੇ ਦੇ ਨਾਲ ਸੰਬੰਧਿਤ ਸਵਾਲ ਜੋ ਸੋਰਸਿਸ ਕਹਿ ਰਹੇ ਨੇ ਵਿਜੀਲੈਂਸ ਵੱਲੋਂ ਪੁੱਛਿਆ ਗਿਆ ਔਰ ਕੀ ਉਸਦੇ ਤਸੱਲੀ ਬਖਸ਼ ਜਵਾਬ ਮਿਲੇ ਨੇ, ਕੋਈ ਐਸੀ ਜਾਣਕਾਰੀ ਨਿਕਲ ਕੇ आई है? देखो, सब तो पहला जानकारी ये है कि न्यूज़ 18 पंजाब को एक्सक्लूसिव जानकारी आई है। ਜਿਹੜੇ ਸਵਾਲ ਹੈ ਚਰਨਜੀਤ ਸਿੰਘ ਚੰਨੀ ਸਾਬਕਾ ਮੁੱਖ ਮੰਤਰੀ ਨੂੰ ਪੁੱਛੇ ਗਏ ਆ। ਅੱਜ ਲਗਭਗ 7.5 ਘੰਟੇ ਉਹਨਾਂ ਤੋਂ ਪੁੱਛਤਾਛ ਕੀਤੀ ਗਈ ਵਿਜੀਲੈਂਸ ਵੱਲੋਂ ਮੁਹਾਲੀ ਦਫ਼ਤਰ ਵਿਖੇ। ਤੇ ਉਸ ਦੇ ਵਿੱਚ ਜਿਸ ਤਰ੍ਹਾਂ ਤੁਸੀਂ ਜ਼ਿਕਰ ਕਰ ਰਹੇ ਸੀਗੇ ਕਿ ਜੇ ਚੰਨੀ ਸਾਹਿਬ ਦੇ 3.5 ਮਹੀਨੇ ਦੇ ਟੈਨਿਓਰ ਦਾ ਜ਼ਿਕਰ ਕਰੀਏ ਜਿਸ ਚੋਂ ਸੀਐਮ ਰਹੇ,
ਤੇ ਉਸ ਦਾ ਉਹਨਾਂ ਨੇ ਪੂਰਾ ਜਿਹੜਾ ਬਿਊਰਾ ਹੈ ਉਹ ਮੰਗਿਆ ਹੋਇਆ। ਤੇ ਉਸ ਤੋਂ ਬਾਅਦ ਵੀ ਜਦੋਂ ਉਹ ਮੁੱਖ ਮੰਤਰੀ ਦੇ ਅਹੁਦੇ ਤੇ ਨਹੀਂ ਰਹੇ, ਉਸ ਤੋਂ ਬਾਅਦ ਜਦੋਂ ਚੋਣ ਹਾਰ ਗਏ ਤੇ ਉਹਨਾਂ ਨੂੰ ਸਰਕਾਰ ਤੋਂ ਹੱਥ ਧੋਣਾ ਪਿਆ, ਉਸ ਤੋਂ ਬਾਅਦ ਚੰਨੀ ਸਾਹਿਬ ਨੇ, ਜਿਸ ਤਰ੍ਹਾਂ ਆਪਾਂ ਜਾਣਦੇ ਇੱਕ ਲੰਬਾ ਟਾਈਮ ਹੈ ਜਿਹੜਾ ਵਿਦੇਸ਼ ਵਿੱਚ ਸਪੈਂਡ ਕੀਤਾ। ਹਾਲਾਂਕਿ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਸੀਗਾ ਕਿ ਵਿਦੇਸ਼ ਵਿੱਚ ਉਹਨਾਂ ਨੇ ਕੀ ਕੀਤਾ, ਤਾਂ ਉਹਨਾਂ ਨੇ ਦੱਸਿਆ ਕਿ ਉੱਥੇ ਉਹ ਟ੍ਰੀਟਮੈਂਟ ਕਰਾ ਰਹੇ ਸੀਗੇ। ਉਸ ਟ੍ਰੀਟਮੈਂਟ ਸੰਬੰਧੀ ਸਵਾਲ ਵੀ ਹੋਏ। ਉਹ ਜਿਹੜੇ ਟ੍ਰੀਟਮੈਂਟ ਉਹਨਾਂ ਨੂੰ ਡਾਇਗਨੋਸ ਹੋਇਆ ਸੀ, ਜਿਸ ਨੂੰ ਟ੍ਰੀਟਮੈਂਟ ਦੀ ਲੋੜ ਪੈ ਰਹੀ ਸੀਗੀ, ਉਹਨਾਂ ਦੀਆਂ ਰਿਪੋਰਟਾਂ ਸੰਬੰਧੀ ਵੀ ਸਵਾਲ ਹੋਏ। ਜਿਹੜੀ ਪ੍ਰਿਸਕ੍ਰਿਪਸ਼ਨ ਸੀਗੇ ਬਿੱਲ ਜਾਂ ਦਵਾਈਆਂ ਦੇ, ਉਸ ਸੰਬੰਧੀ ਵੀ ਸਵਾਲ ਹੋਏ। ਜਿਹੜੀ ਜਿੰਦਾਪੁਰ ਏਰੀਆ ਵਿੱਚ ਮਾਈਨਿੰਗ ਚੱਲ ਰਹੀ ਸੀ, ਜਿਹੜਾ ਕਿ ਇੱਥੇ ਰੋਪੜ ਜ਼ਿਲ੍ਹੇ ਵਿੱਚ ਹੀ ਪੈਂਦਾ ਹੈ, ਜਿੱਥੋਂ ਕਿ ਚੰਨੀ ਖੁਦ ਬਿਲੋਂਗ ਕਰਦੇ ਹੈ, ਉਸ ਸੰਬੰਧੀ ਵੀ ਸਵਾਲ ਹੋਏ। ਉਹਨਾਂ ਦੀ ਕਨਸਟੀਟੂਐਂਸੀ ਵਿੱਚ ਜਿਹੜੇ ਫੰਡ ਯੂਟਿਲਾਈਜ਼ ਹੋਏ ਆ, ਜਿਹੜੀ ਗ੍ਰਾਂਟ ਸੈਂਕਸ਼ਨ ਹੋਈ ਹੈ, ਉਸ ਸੰਬੰਧੀ ਵੀ ਵਿਸਤਾਰ ਨਾਲ ਸਵਾਲ ਹੋਏ। ਤੇ ਇਸ ਤੋਂ ਇਲਾਵਾ ਵੀ ਜੀ ਇੱਕ ਕੇਸ ਬੜਾ ਸੁਰਖੀਆਂ ਵਿੱਚ ਆਇਆ ਸੀ, ਹਨੀ ਜਿਹੜਾ ਕਿ ਚਰਨਜੀਤ ਸਿੰਘ ਚੰਨੀ ਦਾ ਪੰਜ ਹੈ, ਈਡੀ ਵੱਲੋਂ ਬਕਾਇਦਾ ਉਹਨਾਂ ਤੋਂ ਪੁੱਛਤਾਛ ਕੀਤੀ ਗਈ ਸੀ ਤੇ ਕਰੋੜਾਂ ਰੁਪਏ ਦਾ ਜਿਹੜਾ ਕੈਸ਼ ਦੀ ਰਿਕਵਰੀ ਹੋਈ ਸੀਗੀ। ਉਸ ਸੰਬੰਧੀ ਬਕਾਇਦਾ ਸਵਾਲ ਪੁੱਛਿਆ ਗਿਆ ਕਿ ਇਹ ਜਿਹੜਾ ਹਨੀ ਹੈ ਕਿਉਂ ਤੁਹਾਡੇ ਨਾਲ ਹਮੇਸ਼ਾ ਪਰਛਾਵੇਂ ਬਣ ਕੇ ਰਹਿੰਦਾ ਸੀਗਾ। ਤੇ ਦੂਸਰਾ ਜਿਹੜਾ ਹੈ ਕਿ ਹਨੀ ਨੇ ਜਿਹੜੀਆਂ ਵੀ ਟ੍ਰਾਂਸਫਰ ਕਰਵਾਈਆਂ ਸੀ ਜਾਂ ਜਿਹੜਾ ਵੀ ਸਰਕਾਰ ਵਿੱਚ ਉਸ ਦਾ ਦਖਲ ਸੀ, ਉਸ ਵਿੱਚ ਜਿਹੜਾ ਹੈ ਉਸ ਦਾ ਜਿਹੜਾ ਕੋਈ ਫੰਡ ਦਾ, ਜੇ ਕੋਈ ਫੰਡ ਦੀ ਕਲੈਕਸ਼ਨ ਹੋਈ ਸੀ ਜਾਂ ਕੋਈ ਫੰਡ ਦੀ ਕਰਪਸ਼ਨ ਹੋਈ ਸੀਗੀ, ਉਸ ਵਿੱਚ ਤੁਹਾਡਾ ਕੀ ਰੋਲ ਸੀ ਜਾਂ ਕੀ ਸ਼ੇਅਰ ਸੀਗਾ। ਇਸ ਤੋਂ ਇਲਾਵਾ ਵੀ ਇੱਕ ਬੜਾ ਇੰਟਰਸਟਿੰਗ ਫੈਕਟ ਹੈ ਕਿ ਗੋਆ ਵਿੱਚ ਇੱਕ ਲੀਜ਼ ਪ੍ਰਾਪਰਟੀ ਹੈ ਜਿਹੜੀ ਲੀਜ਼ ਤੇ ਲਈ ਗਈ ਸੀਗੀ। ਤੇ ਉਸ ਸੰਬੰਧੀ ਜਿਹੜਾ ਹੈ ਬਕਾਇਦਾ ਚਰਨਜੀਤ ਸਿੰਘ ਚੰਨੀ ਨੂੰ ਸਵਾਲ ਕੀਤਾ ਗਿਆ ਕਿ ਜਿਹੜੀ ਪ੍ਰਾਈਮ ਪ੍ਰਾਪਰਟੀ ਸੀ ਗੋਆ ਵਿੱਚ, ਗਵਰਨਮੈਂਟ ਦੀ ਪ੍ਰਾਪਰਟੀ ਸੀ, ਉਸ ਨੂੰ ਜਿਹੜਾ ਲੀਜ਼ ਤੇ ਲਿਆ ਗਿਆ ਸੀਗਾ ਤੇ ਉਸ ਵਿੱਚ ਜਿਹੜੀ ਕੋਈ ਪੈਸੇ ਦੀ ਰਿਕਵਰੀ ਹੋਈ ਸੀਗੀ, ਉਸ ਵਿੱਚ ਚਰਨਜੀਤ ਸਿੰਘ ਚੰਨੀ ਦਾ ਕੀ ਰੋਲ ਸੀ। ਨਾਲ ਹੀ ਬਕਾਇਦਾ ਇਹ ਪੁੱਛਿਆ ਗਿਆ ਵੀ ਤੁਹਾਡੇ ਸੀਐਮ ਰਹਿੰਦੇ ਹੋਏ ਜਿਹੜੇ ਇੰਪੋਰਟੈਂਟ ਡਿਸੀਜ਼ਨ ਲਏ ਗਏ ਸੀਗੇ, ਭਾਵੇਂ ਤੁਹਾਡੇ ਵੱਲੋਂ ਹੋਵੇ, ਤੁਹਾਡੀ ਕੈਬਨਿਟ ਵੱਲੋਂ ਹੋਵੇ, ਤੁਹਾਡੇ ਮਿਨਿਸਟਰ ਵੱਲੋਂ ਲਏ ਗਏ ਸੀਗੇ, ਉਸ ਵਿੱਚ ਕੀ ਰੋਲ ਸੀਗਾ ਤੇ ਉਸ ਵਿੱਚ ਕਰਪਸ਼ਨ ਦਾ ਕਿੰਨਾ ਇਸ਼ੂ ਸੀਗਾ। ਤੇ ਜੀ ਇਸ ਤੋਂ ਪਹਿਲਾਂ ਵੀ ਆਪਾਂ ਖਬਰ ਚਲਾ ਚੁੱਕੇ ਹਾਂ, ਜਿਹੜੇ ਚਰਨਜੀਤ ਸਿੰਘ ਚੰਨੀ ਦੇ ਬੇਟੇ ਦਾ ਵਿਆਹ ਹੋਇਆ ਸੀ ਜਦੋਂ ਮੁੱਖ ਮੰਤਰੀ ਸੀ, ਤੇ ਨਾਲ ਹੀ ਇੱਕ ਦਾਸਤਾਨ ਨੇ ਸ਼ਹਾਦਤ ਜਿਹੜਾ ਕਿ ਅਨੰਦਪੁਰ ਸਾਹਿਬ ਵਿੱਚ ਇੱਕ ਥੀਮ ਪਾਰਕ ਬਣਿਆ ਸੀਗਾ, ਉਸ ਵਿੱਚ ਉੱਥੇ ਇੱਕ ਫੰਕਸ਼ਨ ਹੋਇਆ ਸੀਗਾ। ਉਸ ਦੀ ਕਰਪਸ਼ਨ ਨੂੰ ਲੈ ਕੇ ਬੜੀ ਚਰਚਾ ਹੋਈ ਸੀਗੀ। ਇਸ ਤੋਂ ਪਹਿਲਾਂ ਵੀ ਜਿਹੜੀ ਉਸ ਦੇ ਬਿੱਲ ਦੀਆਂ ਕਾਪੀਆਂ ਸਾਹਮਣੇ ਆਈਆਂ ਸੀਗੀਆਂ, ਨਿਊਜ਼ 18 ਪੰਜਾਬ ਵੱਲੋਂ ਵੀ ਇਹ ਮਾਮਲਾ ਪ੍ਰਮੁਖਤਾ ਨਾਲ ਦਿਖਾਇਆ ਗਿਆ ਸੀਗਾ। ਉਸ ਸੰਬੰਧੀ ਬਕਾਇਦਾ ਡਿਟੇਲ ਵਿੱਚ ਪੁੱਛਤਾਛ ਕੀਤੀ ਗਈ ਹੈ ਚਰਨਜੀਤ ਸਿੰਘ ਚੰਨੀ ਤੋਂ। ਯਾਨੀ ਕਿ ਕਹਿ ਸਕਦੇ ਹਾਂ ਕਿ ਅੱਜ ਜਿਹੜਾ ਚਰਨਜੀਤ ਸਿੰਘ ਚੰਨੀ ਦਾ ਪਿਛਲੇ 3-4 ਮਹੀਨੇ, 3-3.5 ਮਹੀਨੇ ਦਾ ਉਹਨਾਂ ਦਾ ਮੁੱਖ ਮੰਤਰੀ ਦਾ ਟੈਨਿਓਰ ਰਿਹਾ, ਤੇ ਉਸ ਤੋਂ ਬਾਅਦ ਲਗਭਗ ਜਿਹੜਾ ਅਗਲਾ 8-9 ਮਹੀਨੇ ਉਹਨਾਂ ਨੇ ਫੋਰਨ 'ਚ ਸਪੈਂਡ ਕੀਤੇ, ਉਸ ਸਾਰੇ ਸੰਬੰਧੀ ਵਿਜੀਲੈਂਸ ਨੇ ਜਿਹੜੇ ਸਾਰੇ ਲਗਭਗ ਸਵਾਲ ਹੈ ਚਰਨਜੀਤ ਸਿੰਘ ਚੰਨੀ ਨੂੰ ਕੀਤੇ। ਸ਼ਾਇਦ ਇਹੀ ਕਾਰਨ ਹੈ ਕਿ 7-7.5 ਘੰਟੇ ਲਗਾਤਾਰ ਚਰਨਜੀਤ ਸਿੰਘ ਚੰਨੀ ਤੋਂ ਵਿਦਆਊਟ ਬ੍ਰੇਕ ਨੌਨ ਸਟਾਪ ਪੁੱਛਤਾਛ ਹੋਈ ਹੈ। ਜੀ ਵਿਜੇ। ਸੋ ਵਿਨੇਸ਼, ਕੀ ਆਪਾਂ ਇਹ ਸਮਝੀਏ ਵੀ ਇਹ ਪੁੱਛਤਾਛ ਇੱਥੇ ਮੁਕੰਮਲ ਹੋ ਚੁੱਕੀ ਹੈ ਜਾਂ ਇਹ ਹਲੇ ਕਵਾਇਦ ਜਿਹੜੀ ਹੈ ਲੰਬੀ ਚੱਲੇਗੀ? ਨਹੀਂ ਵਿਜੇ, ਜਿਹੜੀ ਲਿਸਟ ਆਈ ਹੈ ਜਾਂ ਜਿਸ ਤਰ੍ਹਾਂ ਚਰਨਜੀਤ ਸਿੰਘ ਚੰਨੀ ਦੱਸ ਰਹੇ ਸੀਗੇ, ਉਸ ਤੋਂ ਤਾਂ ਲੱਗ ਰਿਹਾ ਕਿ ਹਜੇ ਕਵਾਇਦ ਲੰਬੀ ਚੱਲ ਸਕਦੀ ਹੈ। ਯਾਨੀ ਕਿ ਇਹ ਨਹੀਂ ਕਹਿ ਸਕਦੇ ਕਿ ਪੁੱਛਤਾਛ ਹੈ ਜਿਹੜੀ ਅੱਜ ਮੁਕੰਮਲ ਹੋ ਗਈ ਹੈ। ਸਾਡੇ ਸੋਰਸਿਸ ਵੀ ਇਸ ਗੱਲ ਦੀ ਜਾਣਕਾਰੀ ਦੇ ਰਹੀ ਹੈ ਕਿ ਚਰਨਜੀਤ ਸਿੰਘ ਚੰਨੀ ਨੂੰ ਮੁੜ ਤੋਂ ਵੀ ਸੰਮਨ ਕੀਤਾ ਜਾ ਸਕਦਾ ਹੈ, ਕਿਉਂਕਿ ਜਿਸ ਤਰੀਕੇ ਦੀ ਵੀ ਆਪਾਂ ਚਰਚਾ ਕਰ ਰਹੇ ਹਾਂ ਕਿ 3.5 ਮਹੀਨੇ ਦੇ ਕਰੀਬ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਦੇ ਰਹੇ, ਫਿਰ ਉਸ ਤੋਂ ਬਾਅਦ 7-8 ਮਹੀਨੇ ਉਹਨਾਂ ਨੇ ਜਿਹੜਾ ਬਾਹਰ ਫੋਰਨ ਵਿੱਚ ਟਾਈਮ ਸਪੈਂਡ ਕੀਤਾ। ਤੇ ਇਸ ਤੋਂ ਇਲਾਵਾ ਜਿਹੜੇ ਚਰਨਜੀਤ ਸਿੰਘ ਚੰਨੀ ਦੇ ਟੈਨਿਓਰ ਦੇ ਵਿੱਚ ਹਨੀ, ਜਿਸ ਤੇ ਈਡੀ ਦੀ ਇਨਕੁਆਇਰੀ ਲੱਗੀ ਹੋਈ ਹੈ, ਜਿਹੜੇ ਕਿ ਚਰਨਜੀਤ ਸਿੰਘ ਚੰਨੀ ਦੇ ਭਾਂਜੇ ਹੈ, ਉਹਨਾਂ ਵੱਲੋਂ ਜਿਹੜੀ ਕੈਸ਼ ਦੀ ਰਿਕਵਰੀ ਹੋਈ ਸੀਗੀ, ਇੱਕ ਵੱਡੇ ਪੱਧਰ ਦੀ ਰਿਕਵਰੀ ਹੋਈ ਸੀਗੀ। ਤੇ ਇਹ ਸਾਰੇ ਕੇਸਿਸ ਦੀ ਤਾਰ ਹੈ ਜਿਹੜੇ ਆਪਸ ਵਿੱਚ ਜੁੜੇ ਹੋਏ ਹੈ। ਇਸ ਕਰਕੇ ਮੰਨਿਆ ਜਾ ਰਿਹਾ ਕਿ ਚਰਨਜੀਤ ਸਿੰਘ ਚੰਨੀ ਨੂੰ ਦੁਬਾਰਾ ਵੀ ਵਿਜੀਲੈਂਸ ਵੱਲੋਂ ਪੁੱਛਤਾਛ ਲਈ ਬੁਲਾਇਆ ਜਾ ਸਕਦਾ ਹੈ, ਕਿ ਹਜੇ ਵੀ ਇੱਕ ਲੰਬੀ ਲਿਸਟ ਹੈ ਵਿਜੀਲੈਂਸ ਕੋਲੇ ਸਵਾਲਾਂ ਦੀ, ਜਿਸ ਦਾ ਜਿਹੜਾ ਸਾਹਮਣਾ ਚਰਨਜੀਤ ਸਿੰਘ ਚੰਨੀ ਨੂੰ ਕਰਨਾ ਪੈ ਸਕਦਾ ਹੈ। ਜੀ ਠੀਕ ਹੈ, ਧੰਨਵਾਦ ਵਿਨੇਸ਼ ਇਸ ਜਾਣਕਾਰੀ ਦੇ ਲਈ। ਤਾਂ ਉਹ ਸਵਾਲ ਅਸੀਂ ਦਿਖਾ ਰਹੇ ਹਾਂ ਨਿਊਜ਼ 18 ਤੇ, ਸਾਡੇ ਕੋਲੇ ਜੋ ਸੋਰਸਿਸ ਦੇ ਹਵਾਲੇ ਤੋਂ ਇਹ ਸਵਾਲ ਪਹੁੰਚੇ ਨੇ ਕਿ ਇਹ ਵਾਲੇ ਸਵਾਲ ਜਿਹੜੇ ਨੇ ਚਰਨਜੀਤ ਚੰਨੀ ਦੇ ਸਾਹਮਣੇ ਰੱਖੇ ਗਏ ਨੇ, ਜਾਂ ਇਹਨਾਂ ਨੂੰ ਸਵਾਲ ਕਹਿ ਲਿਆ ਜਾਵੇ ਜਾਂ ਇਸ਼ੂ ਕਹਿ ਲਿਆ ਜਾਵੇ, ਮੁੱਦੇ ਸਮਝ ਲਿਆ ਜਾਵੇ ਕਿ ਇਹ ਮੁੱਦੇ ਨੇ ਜਿਸ ਤੇ ਗੱਲਬਾਤ ਹੋਈ ਹੈ ਪਿਛਲੇ ਸਮੇਂ ਦੇ ਵਿੱਚ, ਜੋ ਰਹੇ ਨੇ ਚਰਚਾ ਦੇ ਵਿੱਚ, ਉਸ ਨੂੰ ਲੈ ਕੇ ਚੰਨੀ ਤੋਂ ਸਵਾਲ ਜਵਾਬ ਹੋਏ ਨੇ। ਇੱਕ ਵਾਰੀ ਫਿਰ ਦੱਸ ਦਿੰਦੇ ਹਾਂ, ਟੀਵੀ ਸਕਰੀਨ ਤੇ ਫਲੈਸ਼ ਕਰ ਰਹੇ ਹਾਂ ਅਸੀਂ, ਅਮਰੀਕਾ ਕੈਨੇਡਾ ਦੇ ਦੌਰੇ ਦਾ ਜ਼ਿਕਰ ਹੋਇਆ ਕਿ ਅਮਰੀਕਾ ਕੈਨੇਡਾ ਦੇ ਵਿੱਚ 8 ਮਹੀਨੇ ਜਿਹੜਾ ਚੰਨੀ ਰਹੇ ਨੇ, ਪਹਿਲਾਂ ਕੈਨੇਡਾ ਸੀ ਫਿਰ ਅਮਰੀਕਾ ਸਨ, ਔਰ ਉਸ ਦੌਰਾਨ ਚੰਨੀ ਦਾ ਇਹ ਬਿਆਨ ਵੀ ਆਇਆ ਸੀ ਕਿ ਮੈਂ ਆਪਣਾ ਇਲਾਜ ਕਰਵਾ ਰਿਹਾ, ਅੱਖਾਂ ਦਾ ਇਲਾਜ ਕਰਵਾ ਰਿਹਾ, ਮੈਨੂੰ ਨੀਂਦਰੇ ਦੀ ਪ੍ਰੋਬਲਮ ਹੋ ਗਈ ਸੀ ਸੀਐਮ ਰਹਿੰਦੇ ਹੋਏ, ਤਾਂ ਉਸ ਦਾ ਇਲਾਜ ਚੱਲ ਰਿਹਾ। ਇਹ ਗੱਲ ਚਰਨਜੀਤ ਚੰਨੀ ਨੇ ਔਨ ਰਿਕਾਰਡ ਵੀ ਕਹੀ ਸੀ, ਔਰ ਉਸ ਵੇਲੇ ਕੀ ਇਲਾਜ ਕਰਵਾਇਆ ਗਿਆ, ਉਸਦੇ ਬਿੱਲ, ਉਸਦੀ ਜਿਹੜੀਆਂ ਦਵਾਈਆਂ ਜਿਹੜੀਆਂ ਕਿਹੜੀਆਂ ਦਿੱਤੀਆਂ ਗਈਆਂ, ਔਰ ਕੀ ਸਭ ਕੁਝ ਉੱਥੇ ਜਿਹੜਾ ਸੀ ਉਹਨਾਂ ਦਾ ਡਾਇਗਨੋਸ ਹੋਇਆ, ਇਸ ਬਾਬਤ ਵਿਜੀਲੈਂਸ ਨੇ ਉਹ ਮੰਗੇ ਨੇ ਡਾਕੂਮੈਂਟਸ, ਉਸ ਬਾਬਤ ਸਵਾਲ ਪੁੱਛੇ ਨੇ। ਉਸ ਤੋਂ ਇਲਾਵਾ ਦੂਸਰਾ ਮੁੱਦਾ ਹੈ ਜਿਹੜਾ ਬਿਲਡਰ ਦੇ ਨਾਲ ਹਿੱਸੇਦਾਰੀ ਦਾ, ਪ੍ਰਵੀਨ ਬਿਲਡਰ ਜਿਸ ਤੇ ਸ਼ਿਕੰਜਾ ਕੱਸਿਆ ਸੀ ਪਿਛਲੇ ਸਮੇਂ ਦੇ ਵਿੱਚ ਵਿਜੀਲੈਂਸ ਨੇ, ਉਸ ਬਿਲਡਰ ਦੇ ਨਾਲ ਚਰਨਜੀਤ ਚੰਨੀ ਦੀ ਕੀ ਹਿੱਸੇਦਾਰੀ ਰਹੀ ਹੈ,
ਉਸ ਬਾਰੇ ਸਵਾਲ ਕੀਤੇ ਗਏ ਨੇ। ਅਮਰੀਕਾ ਕੈਨੇਡਾ ਦੇ ਵਿੱਚ ਕੀ ਕੋਈ ਜਾਇਦਾਦ ਜਿਹੜੀ ਹੈ ਬਣਾਈ ਗਈ ਹੈ, ਕੋਈ ਰਿਸ਼ਤੇਦਾਰਾਂ ਦੇ ਨਾਂ ਤੇ, ਸਕੇ ਸੰਬੰਧੀਆਂ ਤੇ, ਇਸ ਬਾਰੇ ਸਵਾਲ ਕੀਤੇ ਗਏ ਨੇ। ਇਸ ਤੋਂ ਇਲਾਵਾ ਜਿਹੜਾ ਹੈ 8-9 ਮਹੀਨਿਆਂ ਦਾ ਜ਼ਿਕਰ ਅਸੀਂ ਕਰ ਰਹੇ ਹਾਂ ਜੋ ਅਮਰੀਕਾ ਕੈਨੇਡਾ ਦੇ ਦੌਰੇ ਦਾ ਹੈ, ਉਸ ਤੋਂ ਦੌਰਾਨ ਮੈਡੀਕਲ ਬਿੱਲਾਂ ਦਾ ਹੈ, ਕਿੰਨਾ ਉਸ ਤੇ ਖਰਚਾ ਹੋਇਆ ਉਸ ਦਾ ਹੈ, ਔਰ ਇਲੀਗਲ ਮਾਈਨਿੰਗ ਜਿੰਦਾਪੁਰ ਜਿਹੜਾ ਏਰੀਆ ਹੈ ਉਸ ਇਲਾਕੇ ਦੇ ਵਿੱਚ ਗੈਰ ਕਾਨੂੰਨੀ ਮਾਈਨਿੰਗ ਦੀ ਚਰਚਾ ਹੋਈ ਸੀ, ਔਰ ਉਸ ਗੈਰ ਕਾਨੂੰਨੀ ਮਾਈਨਿੰਗ ਦੇ ਵਿੱਚ ਕੀ ਚਰਨਜੀਤ ਸਿੰਘ ਚੰਨੀ ਦਾ ਕੋਈ ਰੋਲ ਸੀ, ਜੇ ਸੀ ਤਾਂ ਉਸ ਤੋਂ ਕਿੰਨਾ ਪੈਸਾ ਬਣਾਇਆ ਗਿਆ, ਕਿੰਨੀ ਆਮਦਨ ਉਸ ਤੋਂ ਇਕੱਠੀ ਕੀਤੀ ਗਈ, ਇਹ ਸਵਾਲ ਪੁੱਛੇ ਗਏ ਨੇ। ਟ੍ਰਾਂਸਫਰ ਤੇ ਪੋਸਟਿੰਗ, ਬਦਲੀਆਂ ਤੇ ਨਿਯੁਕਤੀਆਂ, ਇਸ ਨੂੰ ਲੈ ਕੇ ਸਵਾਲ ਪੁੱਛੇ ਗਏ ਨੇ ਕਿ ਕੀ ਉਸ ਵੇਲੇ ਪੈਸੇ ਲੈ ਕੇ ਬਦਲੀਆਂ ਕੀਤੀਆਂ ਗਈਆਂ, ਜਿਹੜੀਆਂ ਉੱਚ ਅਹੁਦੇ ਦਿੱਤੇ ਗਏ ਅਫਸਰਾਂ ਨੂੰ ਹੋਰ ਵੱਖ-ਵੱਖ ਮਹਿਕਮਿਆਂ ਦੇ ਵਿੱਚ, ਉਸ ਬਾਬਤ ਸਵਾਲ ਸਨ। ਇਸ ਤੋਂ ਇਲਾਵਾ ਭੁਪਿੰਦਰ ਹਨੀ, ਜਿਸ ਦਾ ਜ਼ਿਕਰ ਮੇਰੇ ਸਹਿਯੋਗੀ ਵੀ ਕਰ ਰਹੇ ਸੀ, ਭੁਪਿੰਦਰ ਹਨੀ ਚਰਨਜੀਤ ਚੰਨੀ ਦਾ ਭਾਣਜਾ ਹੈ। ਈਡੀ ਨੇ ਇੱਕ ਵੱਡੀ ਰਾਸ਼ੀ ਉਸਦੇ ਕੋਲੋਂ ਰਿਕਵਰ ਕੀਤੀ ਸੀ, ਔਰ ਉਦੋਂ ਇਹ ਚਰਚਾ ਜ਼ਿਆਦਾ ਵੱਡੇ ਪੱਧਰ ਤੇ ਹੋਈ ਸੀ ਕਿ ਹਨੀ ਵੱਲੋਂ ਬਦਲੀਆਂ ਕਰਵਾਈਆਂ ਜਾਂਦੀਆਂ ਨੇ, ਹਨੀ ਵੱਲੋਂ ਉਸਦੇ ਬਦਲੇ 'ਚ ਪੈਸੇ ਲਏ ਜਾਂਦੇ ਨੇ, ਜਾਂ ਹਨੀ ਉਸਦੇ ਵਿੱਚ ਮੀਡੀਏਟਰ ਦਾ ਕੰਮ ਕਰਦਾ ਹੈ। ਸੋ ਇਹ ਚਰਚਾ ਹੋਈ ਸੀ, ਪਰ ਉਸ ਵੇਲੇ ਇਸ ਗ੍ਰਿਫਤਾਰੀ ਦੀ ਆਂਚ ਚਰਨਜੀਤ ਚੰਨੀ ਤੱਕ ਨਹੀਂ ਪਹੁੰਚੀ ਸੀ। ਇਲੈਕਸ਼ਨਾਂ ਦੇ ਵਿੱਚ ਮੁੱਦਾ ਜ਼ਰੂਰ ਬਣਿਆ ਸੀ, ਪਰ ਚੰਨੀ ਤੋਂ ਕਿਸੇ ਤਰੀਕੇ ਦੀ ਕੋਈ ਪੁੱਛਗਿੱਛ ਜਾਂ ਕੋਈ ਜਾਂਚ ਨਹੀਂ ਹੋਈ। ਤਾਂ ਹੁਣ ਇਸ ਬਾਬਤ ਵੀ ਵਿਜੀਲੈਂਸ ਨੇ ਚਰਨਜੀਤ ਚੰਨੀ ਤੋਂ ਸਵਾਲ ਕੀਤੇ ਨੇ। ਇੱਕ ਗੋਆ ਦੀ ਪ੍ਰਾਪਰਟੀ ਦਾ ਜ਼ਿਕਰ ਹੋਇਆ ਕਿ ਗੋਆ 'ਚ ਜਿਹੜੀ ਲੀਜ਼ ਤੇ ਪ੍ਰਾਪਰਟੀ ਸੀ, ਪ੍ਰਾਈਮ ਪ੍ਰਾਪਰਟੀ, ਉਸ ਦੇ ਵਿੱਚ ਕੀ ਰੋਲ ਰਿਹਾ, ਕੀ ਉਸ ਤੋਂ ਕਮਾਈ ਕੀਤੀ ਗਈ ਹੈ। ਔਰ ਇਸ ਤੋਂ ਇਲਾਵਾ ਹੋਰ ਕਈ ਡਿਸੀਜਨ ਜਿਹੜੇ ਸੀ, ਬੇਟੇ ਦੇ ਵਿਆਹ ਦਾ ਜ਼ਿਕਰ ਹੋਇਆ, ਦਾਸਤਾਨੇ ਸ਼ਹਾਦਤ ਸਮਾਗਮ ਦਾ ਜ਼ਿਕਰ ਹੋਇਆ। ਮਨੋਜ ਰਾਠੀ ਮੇਰੇ ਸਹਿਯੋਗੀ ਜੁੜ ਗਏ ਨੇ ਹੋਰ ਗੱਲਬਾਤ ਦੇ ਲਈ। ਮਨੋਜ, ਖਾਸ ਕਰਕੇ ਮੈਂ ਤੁਹਾਡੇ ਨਾਲ ਡਿਸਕਸ ਕਰਨਾ ਚਾਹੂੰਗਾ ਜਿਹੜਾ ਪ੍ਰਾਪਰਟੀ ਦੇ ਵਿੱਚ ਇਨਵੈਸਟਮੈਂਟ ਵਾਲਾ ਮਸਲਾ ਸੀ, ਜਿਸ ਮਾਮਲੇ ਦੇ ਵਿੱਚ ਪ੍ਰਵੀਨ ਬਿਲਡਰ ਨੂੰ ਅਰੈਸਟ ਕੀਤਾ ਗਿਆ ਸੀ। ਤੁਸੀਂ ਲਗਾਤਾਰ ਉਸ ਨੂੰ ਕਵਰ ਵੀ ਕਰਦੇ ਰਹੇ ਹੋ ਉਸ ਵੇਲੇ, ਔਰ ਹਜੇ ਵੀ ਉਹ ਮਾਮਲਾ ਇਸ ਵੇਲੇ ਚੱਲ ਰਿਹਾ, ਔਰ ਅੱਜ ਉਸੇ ਦੇ ਬਾਬਤ ਚਰਨਜੀਤ ਚੰਨੀ ਤੋਂ ਜ਼ਿਆਦਾ ਸਵਾਲ ਰਹੇ ਨੇ ਅੱਜ ਦੀ ਪੁੱਛਗਿੱਛ ਦੇ ਵਿੱਚ। ਬਿਲਕੁਲ ਵਿਜੇ, ਕਈ ਸਵਾਲ ਜਵਾਬ ਜਿਹੜੇ ਹੋਏ ਨੇ, ਜਿੱਦਾਂ ਤੁਸੀਂ ਜ਼ਿਕਰ ਕੀਤਾ ਹੈ, ਉਸ ਬਾਰੇ ਵੀ ਕਈ ਸਵਾਲ ਜਵਾਬ ਜਿਹੜੇ ਹੈ ਹੋਏ ਨੇ। ਅੱਜ 11 ਵਜੇ ਤੋਂ ਲੈ ਕੇ ਕਰੀਬ 6 ਵਜੇ ਤੱਕ ਜਿਹੜੀ ਵੀ ਪੁੱਛਗਿੱਛ ਹੋਈ ਹੈ, ਉਹਦੇ ਵਿੱਚ ਬਹੁਤ ਸਾਰੇ ਸਵਾਲ ਜਵਾਬ ਜਿਹੜੇ ਇਹਦੇ ਵਿੱਚ ਕੀਤੇ ਗਏ ਨੇ। ਇਹਦੇ ਨਾਲ ਨਾਲ ਇੱਕ ਹੋਰ ਜਿਹੜੀ ਸੁਪਰ ਐਕਸਕਲੂਸਿਵ ਜਿਹੜੀ ਅਪਡੇਟ ਵਿਜੇ ਤੁਹਾਨੂੰ ਦੇਣਾ ਚਾਹੁੰਦੇ ਕਿ ਇਹਦੇ ਵਿੱਚ ਬਿਜ਼ਨਸ ਨੇ 5 ਪਰਫਾਰਮਾ ਜਿਹੜੇ ਹੈ ਉਹ ਚਰਨਜੀਤ ਸਿੰਘ ਚੰਨੀ ਨੂੰ ਦਿੱਤਾ ਹੈ, ਜਿਹਨੂੰ ਹੁਣ ਉਹਨਾਂ ਨੇ 21 ਤਰੀਕ ਤੋਂ ਪਹਿਲਾਂ ਯਾਨੀ ਕਿ 21 ਅਪ੍ਰੈਲ ਤੋਂ ਪਹਿਲਾਂ ਖੁਦ ਇੱਥੇ ਆ ਕੇ ਵਿਜੀਲੈਂਸ 'ਚ ਜਮ੍ਹਾਂ ਕਰਾਣੇ ਪਰਫਾਰਮੇ 5 ਪਰਫਾਰਮੇ ਦਿੱਤੇ ਹੈ। ਇਹ ਸੁਪਰ ਐਕਸਕਲੂਸਿਵ ਜਾਣਕਾਰੀ ਹੈ ਵਿਜੀਲੈਂਸ ਤੋਂ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ 5 ਪਰਫਾਰਮਾ ਵਿਜੇ ਇਹਦੇ ਵਿੱਚ ਦਿੱਤੇ ਗਏ ਹੈ ਚਰਨਜੀਤ ਚੰਨੀ ਨੂੰ। ਉਹਦੇ ਵਿੱਚ ਕਈ ਚੀਜ਼ਾਂ ਦਾ ਜ਼ਿਕਰ ਜਿਹੜਾ ਹੈਗਾ ਉਹ ਕੀਤਾ ਗਿਆ, ਉਹ ਸਾਰੀ ਡਿਟੇਲ ਜਿਹੜੀ ਹੈ ਉਹ ਚੰਨੀ ਨੇ ਦੇਣੀ ਹੈ। ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਇਹਦੇ ਵਿੱਚ ਸਭ ਤੋਂ ਪਹਿਲਾਂ ਜਿਹੜਾ ਸਵਾਲ ਇਹਦੇ ਵਿੱਚ ਪਰਫਾਰਮਾ ਜਿਹੜਾ ਦਿੱਤਾ ਗਿਆ, ਉਹਦੇ ਵਿੱਚ ਕਿਹਾ ਗਿਆ ਕਿ ਜਦੋਂ ਐਮਸੀ ਬਣੇ, ਉਹ ਐਮਸੀ ਬਣਨ ਤੋਂ ਬਾਅਦ ਉਹਨਾਂ ਦੀ ਕਿੰਨੀ ਕੁ ਪ੍ਰਾਪਰਟੀ ਜਿਹੜੀ ਹੈ ਉਹ ਉਹਨਾਂ ਨੇ ਬਣਾਈ, ਸੋਰਸ ਆਫ ਇਨਕਮ ਸੀ, ਕਿੱਥੇ ਜਾਇਦਾਦ, ਕਿਹੜੇ ਬੈਂਕ ਡਿਟੇਲ ਰਹੇ ਨੇ ਐਮਸੀ ਬਣਨ ਤੋਂ ਬਾਅਦ, ਜਦੋਂ ਸਭ ਤੋਂ ਪਹਿਲਾਂ ਐਮਸੀ ਬਣੇ ਸੀਗੇ। ਉਸ ਤੋਂ ਬਾਅਦ ਉਹਨਾਂ ਦੀ ਜਿਹੜੀ ਉਹਨਾਂ ਨੇ ਕਿਹਾ ਕਿ ਐਸਸੀ ਕੋਟੇ 'ਚ ਮੈਨੂੰ ਪੈਟਰੋਲ ਪੰਪ ਮਿਲਿਆ ਸੀਗਾ, ਪੈਟਰੋਲ ਪੰਪ ਨੂੰ ਚਲਾਉਣ ਵਾਸਤੇ ਇਹ ਪੈਸਾ ਕਿੱਥੋਂ ਆਇਆ, ਉਹਦਾ ਸੋਰਸ ਆਫ ਇਨਕਮ ਕੀ ਸੀਗਾ, ਇਹ ਪਰਫਾਰਮੈਂਸ ਉਹਨਾਂ ਨੂੰ ਭਰ ਕੇ ਦੇਣਾ ਹੈ। ਉਸ ਤੋਂ ਇਲਾਵਾ ਇਹ ਉਹਨਾਂ ਨੇ ਉਹਨੂੰ ਪੁੱਛਿਆ ਗਿਆ ਕਿ ਜਦ ਉਹ ਸੀਐਮ ਬਣੇ, ਉਸ ਤੋਂ ਬਾਅਦ ਸੀਐਮ ਬਣਨ ਤੋਂ ਬਾਅਦ ਉਹਨਾਂ ਨੇ ਕਿੰਨੀ ਟ੍ਰਾਂਸਫਰ ਜਿਹੜੀ ਹੈ ਉਹ ਕੀਤੀ ਹੈ। ਉਸ ਤੋਂ ਇਲਾਵਾ ਆਊਟ ਆਫ ਟਰਨ ਪ੍ਰਮੋਸ਼ਨ ਜਿਹੜੀ ਹੈ ਉਹ ਕਿੰਨਾ ਲੋਕਾਂ ਨੂੰ ਦਿੱਤੀ ਹੈ। ਇਹ ਪਰਫਾਰਮੈਂਸ 'ਚ ਲਿਖ ਕੇ ਉਹਨਾਂ ਨੂੰ ਦੇਣਾ ਪਏਗਾ, ਯਾਨੀ ਕਿ ਚੰਨੀ ਨੂੰ 21 ਤੋਂ ਪਹਿਲਾਂ ਇਹ ਸਾਰਾ ਚੀਜ਼ਾਂ ਦੇਣਾ ਪਏਗਾ। ਉਸ ਤੋਂ ਇਲਾਵਾ ਤੁਹਾਨੂੰ ਦੱਸ ਦਈਏ ਕਿ ਉਹਨਾਂ ਦੇ ਜਿਹੜੇ ਪਰਿਵਾਰਿਕ ਮੈਂਬਰ ਨੇ, ਉਹਨਾਂ ਦੀ ਬੈਂਕ ਡਿਟੇਲ, ਉਹਨਾਂ ਦੀ ਰਿਟਰਨਸ, ਠੀਕ ਹੈ ਮਨੋਜ, ਤਾਂ ਜਿਸ ਤਰੀਕੇ ਨਾਲ ਸਾਡੇ ਸਹਿਯੋਗੀ ਦੱਸ ਰਹੇ ਨੇ ਕਿ ਪਰਫਾਰਮਾ ਦਿੱਤੇ ਗਏ ਨੇ, ਕਿਉਂਕਿ ਇਹ ਵਿਜੀਲੈਂਸ ਦਾ ਇੱਕ ਸਟੈਂਡਰਡ ਪ੍ਰੋਸੀਜਰ ਹੈ ਕਿ ਜਦੋਂ ਕਿਸੇ ਵਿਅਕਤੀ ਨੂੰ ਸੱਦਿਆ ਜਾਂਦਾ ਹੈ ਔਰ ਉਸ ਵਿਅਕਤੀ ਤੇ ਆਮਦਨ ਦੇ ਸਰੋਤਾਂ ਤੋਂ ਵੱਧ ਜਾਇਦਾਦ ਦਾ ਮਾਮਲਾ ਹੁੰਦਾ, ਡੀਏ ਦਾ ਕੇਸ, ਜਿਸ ਨੂੰ ਡਿਸਪ੍ਰੋਪੋਰਸ਼ਨੇਟ ਐਸੈਟ ਦਾ ਕੇਸ ਕਿਹਾ ਜਾਂਦਾ, ਉਹ ਚੱਲ ਰਿਹਾ ਹੁੰਦਾ ਹੈ, ਤਾਂ ਹਰ ਸੰਬੰਧਿਤ ਵਿਅਕਤੀ ਨੂੰ ਪਰਫਾਰਮਾ ਦਿੱਤਾ ਜਾਂਦਾ ਹੈ ਵਿਜੀਲੈਂਸ ਵੱਲੋਂ। ਉਹ ਪਰਫਾਰਮਾ ਤੁਹਾਨੂੰ ਭਰ ਕੇ ਵਿਜੀਲੈਂਸ ਕੋਲ ਜਮ੍ਹਾਂ ਕਰਾਉਣਾ ਹੁੰਦਾ ਹੈ। ਜੇ ਵਿਜੀਲੈਂਸ ਉਸ ਤੋਂ ਸੰਤੁਸ਼ਟ ਨਹੀਂ ਹੁੰਦੀ ਜਾਂ ਜੋ ਵਿਜੀਲੈਂਸ ਨੇ ਜਾਣਕਾਰੀ ਇਕੱਠੀ ਕੀਤੀ ਹੁੰਦੀ ਹੈ, ਉਸ ਪਰਫਾਰਮੇ ਦਾ ਉਸ ਨਾਲ ਮਿਲਾਨ ਕੀਤਾ ਜਾਂਦਾ ਹੈ, ਔਰ ਜਿੱਥੇ ਮਿਸਮੈਚ ਹੋਇਆ ਉੱਥੇ ਸੰਬੰਧਿਤ ਵਿਅਕਤੀ ਦੀਆਂ ਮੁਸ਼ਕਲਾਂ ਵੱਧ ਜਾਂਦੀਆਂ।